ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ 'ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਦੀ ਇਸ ਵੀਡੀਓ ਵਿੱਚ ਜਮਾਤ 10ਵੀਂ ਦਾ ਵਿਗਿਆਨ ਦਾ ਪ੍ਰੈਕਟਿਸ ਟੈਸਟ ਡਿਸਕਸ ਕਰਨ ਜਾ ਰਹੇ ਹਾਂ। ਤਾਂ ਫਰੈਂਡਸ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ, ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ, ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਜੀ। ਪ੍ਰੈਕਟਿਸ ਟੈਸਟ ਸਾਇੰਸ ਕਲਾਸ 10th ਔਰ ਜਿਸ ਦਾ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ, ਜਦੋਂ ਇੱਕ ਯੌਗਿਕ ਰਸਾਇਣਿਕ ਢੰਗਾਂ ਨਾਲ ਦੋ ਜਾਂ ਦੋ ਤੋਂ ਵੱਧ ਸਰਲ ਪਦਾਰਥਾਂ ਵਿੱਚ ਵਿਖੰਡਿਤ ਹੋ ਜਾਂਦਾ ਹੈ ਤਾਂ ਉਸ ਨੂੰ ਕੀ ਆਖਦੇ ਹਨ? ਉਸ ਨੂੰ ਅਸੀਂ ਆਖਦੇ ਹਾਂ ਜੀ ਵਿਖੰਡਨ ਪ੍ਰਤੀਕਿਰਿਆ। ਨੈਕਸਟ ਪ੍ਰਸ਼ਨ ਹੈ, ਰਸਾਇਣਿਕ ਪ੍ਰਤੀਕਿਰਿਆ ਵਿੱਚ ਜਦੋਂ ਨਵਾਂ ਪਦਾਰਥ ਬਣਦਾ ਹੈ ਉਸ ਪਰਿਵਰਤਨ ਨੂੰ ਕੀ ਆਖਦੇ ਹਨ? ਰਸਾਇਣਿਕ ਪਰਿਵਰਤਨ। ਨੈਕਸਟ ਪ੍ਰਸ਼ਨ ਹੈ, ਇਕੁਏਸ਼ਨ ਹੈ H2O ਪਲੱਸ ਆਕਸੀਜਨ 2H2, ਇਸ ਕਿਰਿਆ ਨੂੰ ਕੀ ਆਖਦੇ ਹਨ? ਸੰਯੋਜਨ ਕਿਰਿਆ ਆਖਦੇ ਹਨ, ਅਪਘਟਨ ਆਖਦੇ ਹਨ ਜਾਂ ਵਿਸਥਾਪਨ ਆਖਦੇ ਹਨ। ਤਾਂ ਇਸ ਦਾ ਰਾਈਟ ਆਨਸਰ ਹੈ ਜੀ, ਇਹਨੂੰ ਅਸੀਂ ਕਹਿੰਦੇ ਹਾਂ ਜੀ ਸੰਯੋਜਨ। ਇਸ ਦੇ ਵਿੱਚ ਦੇਖ ਰਹੇ ਹੋ ਤੁਸੀਂ ਕਿ ਦੋ ਐਲੀਮੈਂਟ ਹਾਈਡਰੋਜਨ ਦੇ ਔਰ ਦੋ ਆਕਸੀਜਨ ਦੇ, ਇਹ ਬਣ ਕੇ ਸਾਡੇ ਕੋਲ ਬਣ ਜਾਂਦਾ ਜੀ ਵਾਟਰ। ਠੀਕ ਹੈ, ਇਕੱਠਾ ਕਰ ਦਿੰਦਾ ਦੋ ਐਲੀਮੈਂਟ ਨੂੰ, ਇਹਨੂੰ ਅਸੀਂ ਕਹਿ ਦਿੰਦੇ ਹਾਂ ਸੰਯੋਜਨ। ਨੈਕਸਟ ਕੁਐਸਚਨ ਨੰਬਰ 4 ਹੈ, ਉਹ ਰਸਾਇਣਿਕ ਕਿਰਿਆ ਜਿਸ ਵਿੱਚ ਅਵਪੇਖ ਪੈਦਾ ਹੁੰਦਾ ਹੈ ਉਸ ਨੂੰ ਕੀ ਆਖਦੇ ਹਨ? ਅਵਖੇਪਨ ਕਿਰਿਆ। ਨੈਕਸਟ ਹੈ, ਆਇਰਨ ਸਲਫੇਟ और आयरन ऑक्साइड SO2 प्लस SO3 उपरोक्त रसायनिक क्रिया एक उदाहरण है। ਇਹ ਕਿਹਦੀ ਹੈ ਜੀ? ਅਪਘਟਨ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਐਲੀਮੈਂਟ ਹੈ ਸਾਡੇ ਕੋਲ ਹੈ ਜੀ ਆਇਰਨ ਸਲਫੇਟ, ਉਸ ਨੂੰ ਅੱਗੇ 2-3 ਪਾਰਟ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ, ਇਹਨੂੰ ਅਸੀਂ ਕਹਿੰਦੇ ਅਪਘਟਨ। ਨੈਕਸਟ ਕੁਐਸਚਨ ਹੈ, ਮੈਗਨੀਸ਼ੀਅਮ ਪਲੱਸ ਆਕਸੀਜਨ ਨੂੰ ਜਦੋਂ ਅਸੀਂ ਬਣਾਉਂਦੇ ਹਾਂ ਤਾਂ ਸਾਡੇ ਕੋਲ ਬਣਦਾ ਮੈਗਨੀਸ਼ੀਅਮ ਆਕਸਾਈਡ, ਅਤੇ ਇਹਨੂੰ ਅਸੀਂ ਕਹਿੰਦੇ ਹਾਂ ਜੀ ਉਤਪਾਦ। ਜਿਹੜੀ ਸਾਡੇ ਕੋਲ ਚੀਜ਼ ਬਣਦੀ ਹੈ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਉਤਪਾਦ। ਕਾਰਬਨ ਪਲੱਸ ਆਕਸੀਜਨ, ਇਹ ਕਾਰਬਨ ਡਾਈਆਕਸਾਈਡ ਗੈਸ ਬਣਦੀ ਹੈ ਜੀ, ਇਸ ਦਾ ਰਾਈਟ ਆਨਸਰ ਆ ਜਾਏਗਾ ਗੈਸ। ਨੈਕਸਟ ਕੁਐਸਚਨ ਹੈ, ਉਹ ਰਸਾਇਣਿਕ ਕਿਰਿਆ ਜਿਸ ਵਿੱਚ ਤਾਪ ਊਰਜਾ ਸੋਖਤ ਹੁੰਦੀ ਹੈ ਉਸ ਨੂੰ ਡੈਸ਼ ਕਿਹਾ ਜਾਂਦਾ ਹੈ, ਇਹਨੂੰ ਕਿਹਾ ਜਾਂਦੀ ਤਾਪ ਸੋਖੀ। ਇੱਕ ਰਸਾਇਣਿਕ ਸਮੀਕਰਨ ਵਿੱਚ ਤੀਰ ਦਾ ਨਿਸ਼ਾਨ, ਤੀਰ ਦਾ ਸਿਰਾ ਡੈਸ਼ ਵੱਲ ਹੁੰਦਾ ਹੈ? ਉਤਪਾਦਾਂ ਵੱਲ। ਜਿਸ ਤਰ੍ਹਾਂ ਅਸੀਂ ਹੁਣੇ ਹੀ ਪਿਛਲੀ ਇਕੁਏਸ਼ਨ ਦੇ ਵਿੱਚ ਇਕੁਏਸ਼ਨ ਦੇਖੀ ਅਸੀਂ, ਕਾਰਬਨ ਪਲੱਸ ਆਕਸੀਜਨ, ਇਹ ਬਣ ਗਿਆ ਜੀ ਕਾਰਬਨ ਡਾਈਆਕਸਾਈਡ। ਇਹ ਜਿਹੜਾ ਐਰੋ ਹੈ ਇਹ ਦਿਖਾਉਂਦਾ ਹੈ ਉਤਪਾਦ ਨੂੰ। ਠੀਕ ਹੈ ਜੀ, ਤਾਂ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ, ਇਹ ਦਿਖਾਉਂਦਾ ਹੈ ਉਤਪਾਦਾਂ ਨੂੰ। ਨੈਕਸਟ, ਰਸਾਇਣਿਕ ਕਿਰਿਆ ਦੇ ਪਹਿਲੇ ਅਤੇ ਅੰਤ ਵਿੱਚ ਹਰ ਇੱਕ ਤੱਤ ਦੇ ਪਰਮਾਣੂਆਂ ਦੀ ਸੰਖਿਆ ਸਮਾਨ ਰਹਿੰਦੀ ਹੈ। ਖੋਰਨ ਦੇ ਕਾਰਨ ਲੋਹੇ ਦੀਆਂ ਵਸਤੂਆਂ ਨੂੰ ਡੈਸ਼ ਪਹੁੰਚਦੀ ਹੈ ਜੀ, ਹਾਨੀ ਪਹੁੰਚਦੀ ਹੈ। ਹਵਾ ਰੋਧਕ ਬਰਤਨਾਂ ਵਿੱਚ ਭੋਜਨ ਰੱਖਣ ਦੇ ਨਾਲ ਡੈਸ਼ ਦੀ ਗਤੀ ਹੌਲੀ ਹੋ ਜਾਂਦੀ ਹੈ। ਇਸ ਦਾ ਰਾਈਟ ਆਨਸਰ ਹੈ ਜੀ ਆਕਸੀਕਰਨ। ਚਾਂਦੀ ਉੱਤੇ ਡੈਸ਼ ਪਰਤ ਦਾ ਚੜ੍ਹਨਾ ਖੋਰਨ ਦਾ ਇੱਕ ਉਦਾਹਰਣ ਹੈ, ਕਾਲੀ। ਨੈਕਸਟ ਹੈ ਜੀ ਸਹੀ ਗਲਤ ਪ੍ਰਸ਼ਨ ਚੁਣਨੇ ਹੈ। ਸਾਹ ਕਿਰਿਆ ਤਾਪ ਨਿਕਾਸੀ ਕਿਰਿਆ ਹੈ, ਬਿਲਕੁਲ ਠੀਕ ਪ੍ਰਸ਼ਨ ਹੈ। ਉਹ ਰਸਾਇਣਿਕ ਕਿਰਿਆ ਜਿਸ ਵਿੱਚ ਤਾਪ ਊਰਜਾ ਸੋਖਿਤ ਹੁੰਦੀ ਹੈ ਉਸ ਨੂੰ ਤਾਪ ਨਿਕਾਸੀ ਕਹਿੰਦੇ ਹੈ, ਨਹੀਂ ਹੈ ਜੀ, ਗਲਤ ਪ੍ਰਸ਼ਨ ਹੈ। ਪਿੰਜਰ ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰਨ ਲਈ ਜ਼ਰੂਰੀ ਹੈ। ਨੈਕਸਟ ਕੁਐਸਚਨ ਹੈ ਆਇਰਨ ਵਾਟਰ, ਇਹ ਸਾਡੇ ਕੋਲ ਇੱਕ ਸੰਤੁਲਿਤ ਰਸਾਇਣਿਕ ਸਮੀਕਰਨ ਬਣਾਉਂਦਾ ਹੈ, ਇਹ ਗਲਤ ਹੈ ਜੀ। ਅਵਖੇਪਨ ਕਿਰਿਆਵਾਂ ਅਘੁਲਨ ਲੂਣ
पैदा करदियां हैं, बिल्कुल ठीक है। ऑक्सीजन की हानि नूं ऑक्सीकरण कहते हैं, गलत प्रश्न है। अपघटन क्रिया संयोजन क्रिया के उलट होंदी है, बिल्कुल ठीक प्रश्न है जी। किवें भी रसायनिक समीकरण विच दो अभिकारक दे विच जोड़ का निशान लगाया जाता है, बिल्कुल ठीक है। रसायनिक क्रिया के सिट्टे वजों नवा पदार्थ अभिकारक अखवांदा है, ये गलत है जी, उत्पाद कहवांदा है। उस तो बाद साडे कोल है जी इसका मैचअप है। ये नंबर 1 ते जिहड़ी इक्वेशन है इनू असीं कहांगे जी अपघटन हो गया, और इस दे विच असीं कहांगे जी संयोजन हो गया, और इस दे विच कहांगे असीं जी विस्थापन हो गया, ठीक है जी। इस दे विच जिंक दे नाल उहदा कॉपर दा विस्थापन हो गया। ਇਹਦੇ ਵਿੱਚ आ गया साढ़े को दोहरी विस्थापन क्रिया, कुदरती गैस का जलना ਨੂੰ ਅਸੀਂ ਕਹਿੰਦੇ ਹਾਂ ਤਾਪ ਨਿਕਾਸੀ, लोहे ते जंग लगना ये आ गया खोरन क्रिया, चर्बी ਅਤੇ तेलों का ऑक्सीकरण ਇਹਨੂੰ ਕਹਿੰਦੇ ਆ दुर्गंधता। उस तो बाद है छोटे उत्तरां वाले प्रश्न है। लोहे ते चढ़न वाली जंग की परत किस रंग की होंदी है, ये होंदी जी लाल भूरे रंग की। नैक्सट है चिप्स बनाउण वाले चिप्स की थैली विच किहड़ी गैस भरते हैं, इसका आंसर है जी नाइट्रोजन गैस। लघुकरण की है, किसी रसायनिक क्रिया विच हाइड्रोजन प्राप्त करन नूं लघुकरण कहते हैं। ऑक्सीकरण की है, किसी रसायनिक क्रिया विच ऑक्सीजन प्राप्त करन नूं ऑक्सीकरण कहते हैं। रिडॉक्स क्रियावां किस नूं आखदे हन, किसी रसायनिक क्रिया विच एक कारक ऑक्सीकृत ਅਤੇ दूजा लघुकृत ਹੁੰਦਾ है, ਉਹਨੂੰ ਅਸੀਂ ਕਹਿੰਦੇ ਹਾਂ ਜੀ रिडॉक्स क्रिया। आलू चावल विच कार्बोहाइड्रेट्स ਹੁੰਦੇ ਹਨ, ਇਹ कार्बोहाइड्रेट्स ਟੁੱਟ ਕੇ ਕੀ ਬਣਾਉਂਦੇ ਹਨ, ਗਲੂਕੋਜ਼। जिस रसायनिक क्रिया विच अभिकारकां ਦੇ ਆਇਨਾਂ ਦੀ ਅਦਲਾ ਬਦਲੀ ਹੁੰਦੀ ਹੈ, ਉਸ ਨੂੰ ਕੀ ਕਹਿੰਦੇ ਹਾਂ ਜੀ ਦੋਹਰੀ ਵਿਸਥਾਪਨ। किस वस्तु का घोल सफेदीकरण लई वरत्या जाता है, जी कैल्शियम हाइड्रोऑक्साइड। नैक्सट है अपघटन क्रियावां विच अभिकारकां नूं तोड़न लई किस दी जरूरत हुंदी है, ताप प्रकाश ते बिजली। उस तो बाद है एक ताप निकासी क्रिया की उदाहरण दो, ये है मथीन ते ऑक्सीजन, इहदे विच ताप निकास हुंदा है। नैक्सट है लोहे दीयां वस्तुआं नूं असीं पेंट क्यों करते हाँ, लोहे दीयां वस्तुआं नूं असीं खोरन तो बचाउण लई पेंट करते हाँ। संयोजन प्रतिक्रिया तो की भाव है, उदाहरण सहित लिखो। संयोजन क्रिया विच दो जां दो तो वध पदार्थ मिल के एक नवां पदार्थ बनाते हैं। नैक्सट है जी साडे कोल लैसन नंबर 2 आ गया तेजाब खार ते लूण। सब तो पहला क्वेश्चन है जी मैचअप। सब तो पहला आ गया जी सधारण नमक दा रसायनिक सूत्र, ये है जी सोडियम क्लोराइड। तेजाब दा pH मान कितना हुंदा है, 7 तो घट। तेजाब खार, तेजाब प्लस खार इनू कहने उदासीकरण। उस तो बाद है एंट एसिड नंबर 4 दे, ये असी यूज़ करते हैं जी बदहजमी के लिए। उस तो बाद है कैल्शियम ऑक्साइड क्लोराइड नंबर 5 दे, इनू असी कहने हैं जी रंग काट पाउडर। उस तो बाद है इमली, इमली नू असी कहने जी टार्टरिक तेजाब, इस दे विच टार्टरिक तेजाब हुंदा है। और हल्दी, हल्दी नू असी कहने जी कुदरती सूचक, एक इंडीकेटर का काम करता है, इनू असी कहने जी सूचक। उस तो बाद है नैक्सट क्वेश्चन है जी फिलअप है। तेजाब स्वाद विच डैश हुंदे हन, इसका आंसर है जी खट्टे हुंदे हन। खार लाल लिटमस दे घोल नूं डैश कर दिंदा है, ये कर दिंदा जी नीला कर दिंदा है। नैक्सट क्वेश्चन है धातां तेजाब नाल प्रतिक्रिया करके डैश गैस बनादियां हन, हाइड्रोजन गैस बनादियां हन। खारा दा pH मान 7 तो वध हुंदा है जां घट हुंदा है, वध हुंदा है। पानी विच घुलनशील खार नूं डैश कहंदे हन, एल्कली कहंदे हन।
और नंबर 6 है हल्दी के दाग नूं साबन नाल धोण ते उसका रंग डैश हो जाता है, लाल भूरा हो जाता है। उस तो बाद है जी सही गलत प्रश्न है। प्याज की गंध सिरके विच चली जाती है, ठीक प्रश्न है। हल्दी विच कुदरती सूचक, हल्दी एक कुदरती सूचक है जी। और खार स्वाद विच कौड़े हुंदे हन, ये भी ठीक है। पानी विच तेजाब नूं घोलन ते ताप सौखित हुंदा है, गलत प्रश्न है। तेजाबी वरखा का जिहड़ा pH मान है वो 5.6 तो घट हुंदा है, बिल्कुल ठीक प्रश्न है। उदासीन घोल का मान pH मान 9 हुंदा है, ये गलत है जी। निंबू विच सिट्रिक एसिड यानी कि तेजाब हुंदा है, बिल्कुल ठीक है। पीण वाले पानी नूं जीवाणु रहित करने रंग काट पाउडर की वरतों की जाती है। तेजाब धातां नाल क्रिया करके ऑक्सीजन गैस पैदा करता है, गलत है जी। और उस तो बाद है नैक्सट क्वेश्चन है खार नीले लिटमस दे घोल नूं लाल कर दिंदा है, ये भी गलत है। उस तो बाद है जी साडे कोल नैक्सट क्वेश्चन है कैल्शियम ऑक्साइड क्लोराइड सधारण इसका नाम की है जी, इसका नाम है ब्लीचिंग पाउडर जां असीं कहने जी रंग कार्ड। सोडियम के उस यौगिक का नाम दसो जो कठोर पानी नूं हल्का करन लई वरतिया जाता है, सोडियम कार्बोनेट। मधुमक्खी के डंग नाल दर्द अते जलन क्यों महसूस होती है? मधुमक्खी का डंग तेजाब छड्डदा है जिस दे कारण दर्द ते जलन होनी शुरू होती है। पानी विच घुलनशील खार नूं की कहंदे हन? ਉਹਨੂੰ ਅਸੀਂ ਕਹਿੰਦੇ ਜੀ ਐਲਕਲੀ। ਤੇਜ਼ਾਬ ਅਤੇ ਖਾਰਾਂ ਦਾ ਪਤਾ ਲਗਾਉਣ ਲਈ ਕਿਹੜਾ ਸੂਚਕ ਦੀ ਵਰਤੋਂ ਕੀਤੀ ਜਾਂਦੀ ਹੈ? ਪੀਐਚ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਵਿਸ਼ਵ ਵਿਆਪੀ ਸੂਚਕ ਹੈ, ਇੰਡੀਕੇਟਰ ਹੈ। ਤੇਜ਼ਾਬ ਜਾਂ ਖਾਰ ਪਤਲੇ ਕਿਵੇਂ ਕੀਤੇ ਜਾਂਦੇ ਹਨ? ਤੇਜ਼ਾਬ ਜਾਂ ਖਾਰ ਨੂੰ ਹੌਲੀ ਹੌਲੀ ਪਾਣੀ ਵਿੱਚ ਪਾ ਕੇ ਪਤਲਾ ਕੀਤਾ ਜਾਂਦਾ ਹੈ। ਟੁੱਟੀਆਂ ਹੱਡੀਆਂ ਨੂੰ ਸਹੀ ਥਾਂ 'ਤੇ ਸਥਿਰ ਰੱਖਣ ਲਈ ਜੋੜਨ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਪਲਾਸਟਰ ਆਫ ਪੈਰਿਸ ਦੀ ਵਰਤੋਂ ਕੀਤੀ ਜਾਂਦੀ ਹੈ। ਹੇਠ ਲਿਖੇ ਰਸਾਇਣਿਕ ਸਮੀਕਰਨ ਨੂੰ ਪੂਰਾ ਕਰੋ ਜਿਸ ਦੇ ਵਿੱਚ ਦਿੱਤਾ ਹੈ ਕਿ ਇੱਕ ਧਾਤ ਆਕਸਾਈਡ ਹੈ ਪਲੱਸ ਤੇਜ਼ਾਬ ਕਰਾਂਗੇ ਤੇ ਕੀ ਬਣੇਗਾ? ਲੂਣ ਪਲੱਸ ਪਾਣੀ। ਦੋ ਸੁੰਘਣ ਸੂਚਕਾਂ ਦੇ ਨਾਂ ਦੱਸੋ? ਲੌਂਗਾਂ ਦਾ ਤੇਲ ਤੇ ਵਨੀਲਾ। ਨੈਕਸਟ ਹੈ ਲੈਸਨ ਨੰਬਰ 3 ਹੈ ਜੀ ਧਾਤਾਂ ਅਤੇ ਅਧਾਤਾਂ, ਜਿਸ ਦਾ ਫਸਟ ਪ੍ਰਸ਼ਨ ਹੈ ਹੇਠਾਂ ਵਿੱਚੋਂ ਕਿਹੜੀ ਧਾਤ ਹੈ? ਇਸ ਦਾ ਰਾਈਟ ਆਂਸਰ ਹੈ ਜੀ ਇੱਥੇ ਹਾਈਡਰੋਜਨ ਆਕਸੀਜਨ ਐਲੂਮੀਨੀਅਮ ਇਹਨਾਂ ਵਿੱਚ ਧਾਤ ਹੈ। ਧਾਤਾਂ ਨੂੰ ਕੁੱਟ ਕੇ ਪਤਲੀ ਚਾਦਰ ਵਿੱਚ ਬਦਲਿਆ ਜਾਂਦਾ ਹੈ ਤਾਂ ਧਾਤਾਂ ਦੇ ਇਸ ਗੁਣ ਨੂੰ ਕੀ ਕਹਿੰਦੇ ਹਨ? ਇਸ ਨੂੰ ਅਸੀਂ ਕਹਿੰਦੇ ਜੀ ਕੁਟੀਨਸ਼ੀਲਤਾ। ਕੁਟੀਨਸ਼ੀਲਤਾ। ਸ਼ੁੱਧ ਸੋਨੇ ਨੂੰ ਕਿਹਾ ਜਾਂਦਾ ਹੈ 24 ਕੈਰਟ ਦਾ ਸੋਨਾ। ਧਰਤੀ ਦੀ ਪੇਪੜੀ ਵਿੱਚ ਕਿਹੜੀ ਧਾਤ ਜ਼ਿਆਦਾ ਮਾਤਰਾ ਵਿੱਚ ਮੌਜੂਦ ਹੈ? ਇਹ ਹੈ ਜੀ ਐਲੂਮੀਨੀਅਮ। ਕਿਹੜੀ ਵਿਧੀ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਸਹੀ ਹੈ? ਜ਼ਿੰਕ ਦੀ ਪਰਤ ਚੜਾਉਣਾ। ਤਾਪ ਦੀ ਸਭ ਤੋਂ ਉੱਤਮ ਚਾਲਕ ਹੈ ਜੀ ਚਾਂਦੀ, ਬੈਸਟ ਕੰਡਕਟਰ ਆਫ ਇਲੈਕਟ੍ਰੀਸਿਟੀ। ਨੈਕਸਟ ਹੈ ਗਲਵੈਨੀਕਰਨ ਸਮੇਂ ਕਿਸ ਧਾਤ ਦੀ ਪਰਤ ਜਿਹੜੀ ਹੈ ਚੜਾਈ ਜਾਂਦੀ ਹੈ? ਇਹਦਾ ਆਨਸਰ ਹੈ ਜੀ ਜਿਸਤ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਜੀ ਸਹੀ ਮਿਲਾਨ ਕਰੋ। ਜੰਗ ਇਹ ਹੈ ਕਿ ਲੋਹੇ ਦਾ ਆਕਸਾਈਡ ਹੈ। ਪਿੱਤਲ ਕੀ ਹੈ? ਇੱਕ ਮਿਸ਼ਰਤ ਧਾਤ ਹੈ। ਸਲਫਰ, ਆਕਸੀਜਨ, ਕਾਰਬਨ ਇਹ ਅਧਾਤਾਂ ਹਨ। ਗੈਲਵੀਕਰਨ ਜਿਹੜਾ ਜਿਸਤ ਦੀ ਪਰਤ ਜਿਹੜੀ ਚੜਾਈ ਜਾਂਦੀ ਹੈ। ਰੇਲ ਪਟਰੀਆਂ ਨੂੰ ਜੋੜਨਾ ਥਰਮਿਟ। ਗ੍ਰੇਫਾਈਟ ਜਿਹੜਾ ਬਿਜਲੀ ਦਾ ਸੁਚਾਲਕ ਹੈ। ਅਤੇ ਤਰਲ ਅਧਾਤ ਜਿਹੜੀ ਹੈ ਉਹ ਹੈਗੀ ਹੈ ਬ੍ਰੋਮੀਨ। ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ। ਸੋਨਾ ਅਤੇ ਪਲੈਟੀਨਮ ਆਸਾਨੀ ਨਾਲ ਖੁਰ ਜਾਂਦੇ ਹਨ, ਇਹ ਗਲਤ ਪ੍ਰਸ਼ਨ ਹੈ। ਸੋਡੀਅਮ ਨੂੰ ਸੌਖਾ ਹੀ ਚਾਕੂ ਨਾਲ ਕੱਟਿਆ ਜਾ ਸਕਦਾ ਹੈ, ਠੀਕ ਪ੍ਰਸ਼ਨ ਹੈ। ਕੱਚੀ ਧਾਤ ਵਿੱਚ ਮੌਜੂਦ ਅਸ਼ੁੱਧੀਆਂ ਨੂੰ ਗੈਂਗ ਕਹਿੰਦੇ ਹਨ, ਇਹ ਵੀ ਠੀਕ ਹੈ। ਧਾਤਾਂ ਤਾਪ ਦੀਆਂ ਕੁਚਾਲਕ ਹਨ, ਇਹ ਗਲਤ ਪ੍ਰਸ਼ਨ ਹੈ। ਧਾਤਾਂ ਨਰਮ ਹੁੰਦੀਆਂ ਹਨ, ਇਹ ਵੀ
गलत प्रश्न है। धाता कुटीनयोग ਅਤੇ ਖਿੱਚਣਯੋਗ ਹੁੰਦੀਆਂ ਹਨ, ਇਹ ਬਿਲਕੁਲ ਠੀਕ ਪ੍ਰਸ਼ਨ ਹੈ। ਨੈਕਸਟ ਹੈ ਕਿਰਿਆਸ਼ੀਲਤਾ ਲੜੀ ਵਿੱਚ ਸਭ ਤੋਂ ਉੱਪਰ ਸਥਿਤ ਧਾਤਾਂ ਅਤੀ ਕਿਰਿਆਸ਼ੀਲ ਹੁੰਦੀਆਂ ਹਨ, ਇਹ ਗਲਤ ਹੈ ਜੀ। ਧਾਤਾਂ ਦੇ ਨਿਸ਼ਕਰਸ਼ਣ ਨੂੰ ਧਾਤ ਕਰਮ ਕਹਿੰਦੇ ਹਨ, ਬਿਲਕੁਲ ਠੀਕ ਹੈ। ਗ੍ਰੇਫਾਈਟ ਬਿਜਲੀ ਦਾ ਕੁਚਾਲਕ ਹੈ, ਇਹ ਗਲਤ ਪ੍ਰਸ਼ਨ ਹੈ ਜੀ। ਗ੍ਰੇਫਾਈਟ ਬਿਜਲੀ ਦਾ ਸੁਚਾਲਕ ਹੈ। ਨੈਕਸਟ ਹੈ ਸਟੇਨਲੈਸ ਸਟੀਲ ਇੱਕ ਮਿਸ਼ਰੀ ਧਾਤ ਹੈ ਜਿਸ ਨੂੰ ਜੰਗ ਨਹੀਂ ਲੱਗਦਾ, ਇਹ ਬਿਲਕੁਲ ਠੀਕ ਪ੍ਰਸ਼ਨ ਹੈ। ਔਰ ਨੈਕਸਟ ਕੁਐਸਚਨ ਹੈ ਸਾਡੇ ਕੋਲ, ਤਾਂਬੇ ਨੂੰ ਹਵਾ ਵਿੱਚ ਖੁੱਲ੍ਹਾ ਛੱਡਣ 'ਤੇ ਉਸਦਾ ਰੰਗ ਹਰਾ ਹੋ ਜਾਂਦਾ ਹੈ, ਸਫੇਦ ਹੋ ਜਾਂਦਾ ਹੈ, ਇਹਦਾ ਰੰਗ ਜੀ ਹਰਾ ਹੋ ਜਾਂਦਾ ਹੈ। ਧਾਤਾਂ ਡੈਸ਼ ਹੁੰਦੀਆਂ ਹਨ, ਧਾਤਾਂ ਜਿਹੜੀਆਂ ਚਮਕਦਾਰ ਹੁੰਦੀਆਂ ਹਨ। ਨੈਕਸਟ ਹੈ ਅਧਾਤਾਂ ਦੇ ਪਿਘਲਾਓ ਅਤੇ ਉਬਾਲ ਦਰਜੇ ਨੂੰ ਡੈਸ਼, ਅਧਾਤਾਂ ਦੇ ਪਿਘਲਾਓ ਅਤੇ ਉਬਾਲ ਦਰਜੇ ਡੈਸ਼ ਹੁੰਦੇ ਹਨ, ਇਹਦਾ ਆ ਜਾਏਗਾ ਜੀ ਘੱਟ ਹੁੰਦੇ ਹਨ। ਡੈਸ਼ ਧਾਤ ਸੌਖਿਆ ਚਾਕੂ ਨਾਲ ਕੱਟੀ ਜਾ ਸਕਦੀ ਹੈ ਜੀ, ਸੋਡੀਅਮ ਧਾਤ ਹੈ। ਔਰ ਡੈਸ਼ ਧਾਤ ਹੈ ਜਿਹੜੀ ਕਿ ਤਰਲ ਅਵਸਥਾ ਵਿੱਚ ਮਿਲਦੀ ਹੈ, ਉਹ ਹੈ ਜੀ ਬ੍ਰੋਮੀਨ। ਧਾਤਾਂ ਦੇ ਪਤਲੇ ਤਾਰ ਦੇ ਰੂਪ ਵਿੱਚ ਖਿੱਚਣ ਦੀ ਸਮਰੱਥਾ ਨੂੰ ਅਸੀਂ ਕਹਿੰਦੇ ਜੀ ਖਿੱਚਣ ਯੋਗਤਾ। ਨੈਕਸਟ ਹੈ ਦੋ ਧਾਤਾਂ ਦੇ ਨਾਂ ਦੱਸੋ ਜੋ ਪ੍ਰਕਿਰਤਿਕ ਵਿੱਚ ਸੁਤੰਤਰ ਅਵਸਥਾ ਵਿੱਚ ਪਾਈ ਜਾਂਦੀਆਂ ਹਨ, ਸੋਨਾ ਅਤੇ ਪਲੈਟੀਨਮ। ਇੱਕ ਤਰਲ ਧਾਤ ਦਾ ਨਾਂ ਦੱਸੋ, ਉਹ ਹੈਗਾ ਜੀ, ਹੈ ਤੇ ਧਾਤ ਹੈ ਲੇਕਿਨ ਉਹ ਤਰਲ ਅਵਸਥਾ ਵਿੱਚ ਪਾਈ ਜਾਂਦੀ ਹੈ, ਪਾਰਾ। ਇੰਪੋਰਟੈਂਟ ਕੁਐਸਚਨ ਹੈ ਜੀ। 1 ਗ੍ਰਾਮ ਸੋਨੇ ਦੀ ਕਿੰਨੀ ਲੰਬੀ ਤਾਰ ਖਿੱਚੀ ਜਾ ਸਕਦੀ ਹੈ ਜੀ? 1 ਗ੍ਰਾਮ ਸੋਨੇ ਦੀ 2 ਕਿਲੋਮੀਟਰ ਲੰਬੀ ਤਾਰ ਜਿਹੜੀ ਹੈ ਖਿੱਚੀ ਜਾ ਸਕਦੀ ਹੈ। ਧਾਤਾਂ ਦੇ ਆਕਸਾਈਡ ਕਿਹੜੀ ਪ੍ਰਕਿਰਤੀ ਦੇ ਹੁੰਦੇ ਹਨ? ਖਾਰੀ। ਧਾਤ ਖੋਰ ਕੀ ਹੁੰਦਾ ਹੈ? ਖੋਰ ਤੋਂ ਸੁਰੱਖਿਆ ਕਿਵੇਂ ਕੀਤੀ ਜਾਂਦੀ ਹੈ? ਔਰ ਸਿਨੇਵਰ ਕਿਸ ਦੀ ਕੱਚੀ ਧਾਤ ਹੈ? ਇਹ ਆ ਜਾਏਗੀ ਜੀ ਪਾਰੇ ਦੀ। ਨੈਕਸਟ ਹੈ ਇੱਕ ਅਧਾਤ ਦਾ ਨਾਂ ਲਿਖੋ ਜਿਸ ਦੀ ਸਤਹ ਚਮਕੀਲੀ ਹੁੰਦੀ ਹੈ, ਉਹ ਹੈ ਜੀ ਆਇਓਡੀਨ। ਉਹ ਕਿਹੜੀ ਧਾਤ ਹੈ ਜਿਹੜੇ ਪਤਲੇ ਤੇਜ਼ਾਬ ਨਾਲ ਕਿਰਿਆ ਕਰਕੇ ਕਿਰਿਆ ਨਹੀਂ ਕਰਦੀ? ਇਹ ਹੈ ਜੀ ਕਾਪਰ। ਉਸ ਤੋਂ ਬਾਅਦ ਹੈ ਸੋਡੀਅਮ, ਕੈਲਸ਼ੀਅਮ, ਕਾਪਰ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ ਜੀ? ਸਭ ਤੋਂ ਵੱਧ ਕਿਰਿਆਸ਼ੀਲ ਧਾਤ ਹੈ ਜੀ ਸੋਡੀਅਮ। ਨੈਕਸਟ ਹੈ ਜੀ ਲੈਸਨ ਨੰਬਰ 4 ਹੈ ਕਾਰਬਨ ਅਤੇ ਉਸਦੇ ਯੌਗਿਕ। ਬਾਇਓਗੈਸ ਕਾਰਬਨ ਸਹਿ ਸੰਯੋਜਕ। ਤੋ ਬਾਇਓਗੈਸ ਕੀ ਹੈ ਜੀ? ਮੀਥੇਨ ਨੂੰ ਬਾਇਓਗੈਸ ਕਹਿ ਦਿੰਦੇ ਹਾਂ ਅਸੀਂ। ਕਾਰਬਨ ਸਾਡੇ ਕੋਲ ਇੱਕ ਲੜੀ ਬੰਧਨ ਹੈ ਔਰ ਸਹਿ ਸੰਯੋਜਕ ਬੰਧਨ ਅਸੀਂ ਕਹਿੰਦੇ ਹਾਂ ਕਿ ਇਲੈਕਟ੍ਰੋਨਾਂ ਦੀ ਸਾਂਝੇਦਾਰੀ। ਉਸ ਤੋਂ ਬਾਅਦ ਆ ਗਿਆ ਆਇਨੀ ਬੰਧਨ, ਇਲੈਕਟ੍ਰੋਨਾਂ ਦਾ ਲੈਣ ਦੇਣ ਨੂੰ ਅਸੀਂ ਆਇਨੀ ਬੰਧਨ ਕਹਿੰਦੇ ਹਾਂ। ਇਥੇਨ ਦਾ ਫਾਰਮੂਲਾ C2H6 ਔਰ ਉਸ ਦੇ ਵਿੱਚ ਆ ਗਿਆ ਕਾਲਮ ਔਰ ਇਸ ਦੇ ਫਸਟ ਕਾਲਮ ਵਿੱਚ ਯੌਗਿਕ ਹੈ, ਇਹਦੇ ਵਿੱਚ IUPAC ਇਹਦੇ ਨਾਮ ਹੈ। ਜਿਸ ਤਰ੍ਹਾਂ ਫਸਟ ਕਾਲਮ ਦੇ ਵਿੱਚ ਹੈ ਇਹਨੂੰ ਅਸੀਂ ਕਹਿੰਦੇ ਹਾਂ ਜੀ ਮੀਥੇਨ, ਦੂਸਰੇ ਵਿੱਚ ਕਹਿੰਦੇ ਹਾਂ ਅਸੀਂ ਇਥਾਈਲ ਬ੍ਰੋਮਾਈਡ, ਇਹਦੇ ਵਿੱਚ ਕਹਿੰਦੇ ਹਾਂ ਹੈਕਸੇਨੋਲ ਔਰ ਇਸ ਨੂੰ ਅਸੀਂ ਕਹਿੰਦੇ ਹਾਂ ਜੀ ਬਿਊਟੇਲ ਡੀਹਾਈਡਸ। ਔਰ ਨੰਬਰ 5 ਦੇ ਆ ਗਿਆ ਇਥੋਨਿਕ ਐਸਿਡ। ਸਿਮਿਲਰਲੀ ਨੈਕਸਟ ਵੀ ਸਾਡੇ ਕੋਲ ਇੱਕ ਮੈਚ ਦਾ ਕਾਲਮ ਹੈ, ਇਸ ਦੇ ਵਿੱਚ ਸਾਬਣ ਹੈ, ਉਹ ਹੈਗੀ ਮੈਲ ਨਿਵਾਰਨ ਕਰਦਾ ਹੈ। ਕਿਰਿਆਤਮਕ ਸਮੂਹ ਨੂੰ ਅਸੀਂ ਕਹਿੰਦੇ ਹਾਂ ਕੀਟੋਨ। ਆਕਸੀਕਾਰਕ ਸਾਡੇ ਕੋਲ ਇਹ ਹੈ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੰਬਰ 4 ਦੇ, ਇਹਨੂੰ ਅਸੀਂ ਕਹਿੰਦੇ ਬੈਂਜੀਨ। ਸਿਰਕਾ ਕੀ ਹੈ? ਪਾਣੀ ਵਿੱਚ 3 ਜਾਂ 4% ਐਸਟਿਕ ਐਸਿਡ। ਉਸ ਤੋਂ ਬਾਅਦ ਹੈ ਇਸਦੇ ਫਿਲਪ ਹੈ ਜੀ। ਤੋ ਸਭ ਤੋਂ ਪਹਿਲਾਂ ਇਸ ਦਾ ਕੁਐਸਚਨ ਹੈ ਆਇਨੀ ਯੌਗਿਕਾਂ ਦੇ ਪਿਘਲਣ ਅਤੇ ਉਬਾਲ ਅੰਕ ਡੈਸ਼ ਹੁੰਦੇ ਹਨ, ਉੱਚੇ ਹੁੰਦੇ ਹਨ। ਆਇਨੀ ਯੌਗਿਕ ਘੋਲ ਜਾਂ ਪਿਘਲੀ ਅਵਸਥਾ ਵਿੱਚ ਬਿਜਲੀ ਦੇ ਚਾਲਕ ਹੁੰਦੇ ਹਨ, ਨੈਕਸਟ ਪ੍ਰਸ਼ਨ ਹੈ ਬਾਇਓਗੈਸ ਅਤੇ
CNG ਦਾ ਮੁੱਖ ਅੰਸ਼ ਡੈਸ਼ ਹੈ, ਇਸਦਾ ਮੁੱਖ ਅੰਸ਼ ਹੈ ਜੀ ਮਿਥੇਨ। ਡੈਸ਼ ਯੌਗਿਕਾਂ ਦੇ ਉਬਾਲ ਅੰਕ ਅਤੇ ਪਿਘਲਣ ਅੰਕ ਉੱਚ ਹੁੰਦੇ ਹਨ, ਆਇਨੀ। ਨੈਕਸਟ ਹੈ ਕੁਐਸਚਨ ਨੰਬਰ 5, ਡੈਸ਼ ਯੌਗਿਕਾਂ ਦੇ ਉਬਾਲ ਅੰਕ ਅਤੇ ਪਿਘਲਣ ਅੰਕ ਨੀਵੇਂ ਹੁੰਦੇ ਹਨ, ਉਹਨੂੰ ਅਸੀਂ ਕਹਿੰਦੇ ਹਾਂ ਜੀ ਸਹਿ ਸੰਯੋਜਕ। ਸਹਿ ਸੰਯੋਜਕ ਯੌਗਿਕ ਬਿਜਲੀ ਦੇ ਡੈਸ਼ ਹੁੰਦੇ ਹਨ, ਇਹ ਹੁੰਦੇ ਜੀ ਬਿਜਲੀ ਦੇ ਕੁਚਾਲਕ ਹੁੰਦੇ ਹਨ, ਬਿਜਲੀ ਦੇ ਕੁਚਾਲਕ ਹੁੰਦੇ ਹਨ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 7 ਹੈ, ਕਾਰਬਨ ਪਰਮਾਣੂਆਂ ਵਿਚਕਾਰ ਕੇਵਲ ਇਕਹਿਰੀ ਬੰਧਨ ਨਾਲ ਜੁੜੇ ਕਾਰਬਨ ਯੌਗਿਕਾਂ ਨੂੰ ਡੈਸ਼ ਯੌਗਿਕ ਕਿਹਾ ਜਾਂਦਾ ਹੈ, ਲੜੀ ਬੰਧਨ। ਨੰਬਰ 8 ਤੇ ਹੈ ਇਥੋਨਿਕ ਤੇਜ਼ਾਬ ਦਾ ਸੂਤਰ ਹੈ, ਇਹ ਤੁਸੀਂ ਇਥੋਨਿਕ ਤੇਜ਼ਾਬ ਦਾ ਸੂਤਰ ਇਹ ਹੈ ਜੀ CH3COOH। ਨੰਬਰ 9 ਤੇ ਹੈ ਜੀ, ਇਹ ਤੁਸੀਂ ਇਕੁਏਸ਼ਨ ਦੇਖ ਰਹੇ ਹੋ, ਇਸ ਦੇ ਜਿਹੜਾ ਫਿਲਿੰਗ ਦੀ ਬਲੈਂਕਸ ਹੈ ਇਸ ਦੇ ਵਿੱਚ ਕੀ ਆਉਣਾ, ਇਹਦੇ 'ਚ ਆਉਣਾ ਜੀ CH2 ਆ ਜਾਏਗਾ, CH2। ਕੁਐਸਚਨ ਨੰਬਰ 10 ਹੈ ਕਿ ਕਾਰਬਨ ਆਪਣੀ ਚੌ ਸੰਯੋਜਕਤਾ ਦੀ ਲੜੀਬੰਧ ਕਾਰਨ ਬਹੁਭਾਂਤ ਦੇ ਯੌਗਿਕ ਬਣਾਉਂਦਾ ਹੈ। ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ। ਕਾਰਬਨ ਦੀ ਜਿਹੜੀ ਸੰਯੋਜਕਤਾ ਹੈ ਉਹ 4 ਹੈ। ਨੈਕਸਟ ਕੁਐਸਚਨ ਹੈ ਆਇਨੀ ਯੌਗਿਕ ਪਿਘਲੀ ਅਤੇ ਘੋਲ ਅਵਸਥਾ ਵਿੱਚ ਬਿਜਲੀ ਦੇ ਰੋਧਕ ਹੁੰਦੇ ਹਨ, ਇਹ ਗਲਤ ਪ੍ਰਸ਼ਨ ਹੈ ਜੀ। ਵਧੇਰੇ ਕਰਕੇ ਕਾਰਬਨਿਕ ਯੌਗਿਕ ਬਿਜਲੀ ਦੇ ਹੁੰਦੇ ਹਨ, ਠੀਕ ਪ੍ਰਸ਼ਨ ਹੈ। ਕਾਰਬਨ ਦੀ ਜਿਹੜੀ ਇਲੈਕਟ੍ਰੋਨਿਕ ਤਰਤੀਬ ਹੈਗੀ ਹੈ ਉਹ ਹੈਗੀ 6 ਹੈ ਜੀ। ਕਾਰਬਨ ਦੀ ਜਿਹੜੀ ਪਰਮਾਣੂ ਸੰਖਿਆ 6 ਹੈ, ਉਹਦੀ ਤਰਤੀਬ ਆ ਜਾਏਗੀ ਪਹਿਲੇ ਸ਼ੈੱਲ ਵਿੱਚ 2 ਔਰ ਦੂਸਰੇ ਸ਼ੈੱਲ ਦੇ ਵਿੱਚ 4 ਇਲੈਕਟ੍ਰੋਨ ਆ ਜਾਂਦੇ ਹੈ। ਉਸ ਤੋਂ ਬਾਅਦ ਆ ਗਿਆ ਬਾਇਓਗੈਸ ਅਤੇ ਨਪੀੜਤ ਪ੍ਰਕ੍ਰਿਤਿਕ ਗੈਸ, ਜਿਹਨੂੰ ਅਸੀਂ CNG ਦਾ ਮੁੱਖ ਅੰਸ਼ ਹੈ ਉਹ ਮੀਥੇਨ ਹੈ। ਕਾਰਬਨ 4 ਸੰਯੋਜਕ ਹਨ, ਇਹਦੀ ਸੰਯੋਜਕਤਾ 4 ਹੈ। ਸਹਿ ਸੰਯੋਜਕ ਯੌਗਿਕਾਂ ਦੇ ਉਬਾਲ ਅੰਕ ਅਤੇ ਪਿਘਲਨ ਅੰਕ ਉੱਚ ਹੁੰਦੇ ਹਨ, ਇਹ ਗਲਤ ਪ੍ਰਸ਼ਨ ਹੈ ਜੀ। ਸਹਿ ਸੰਯੋਜਕ ਯੌਗਿਕ ਬਿਜਲੀ ਦੇ ਕੁਚਾਲਕ ਹੁੰਦੇ ਹਨ, ਇਹ ਵੀ ਗਲਤ ਪ੍ਰਸ਼ਨ ਹੈ। ਕਾਰਬਨ ਪਰਮਾਣੂਆਂ ਵਿਚਕਾਰ ਕੇਵਲ ਇਕਹਿਰੀ ਬੰਧਨ ਨਾਲ ਜੁੜੇ ਕਾਰਬਨ ਦੇ ਯੌਗਿਕਾਂ ਨੂੰ ਸੰਤ੍ਰਿਪਤ ਯੌਗਿਕ ਕਿਹਾ ਜਾਂਦਾ ਹੈ, ਬਿਲਕੁਲ ਸਹੀ ਹੈ। ਇਥੋਨਿਕ ਤੇਜ਼ਾਬ ਨੂੰ ਸਧਾਰਨ ਭਾਸ਼ਾ ਵਿੱਚ ਐਸਟਿਕ ਤੇਜ਼ਾਬ ਕਿਹਾ ਜਾਂਦਾ ਹੈ, ਐਸਟਿਕ ਤੇਜ਼ਾਬ। ਉਸ ਤੋਂ ਬਾਅਦ ਹੈ ਨੈਕਸਟ ਕੁਐਸਚਨ ਹੈ ਕਾਰਬਨ ਵਿਭਿੰਨ ਪ੍ਰਕਾਰ ਦੇ ਸਥਾਈ ਯੌਗਿਕ ਹੇਠ ਲਿਖੇ ਕਾਰਨ ਬਣਾਉਂਦਾ ਹੈ। ਉਪਰੋਕਤ ਸਾਰੇ ਹੀ ਇਹਦੇ ਤੱਤ ਹੈ ਕਿ ਮਜ਼ਬੂਤ ਬੰਧਨ ਬਣਾਉਂਦਾ ਹੈ, ਯੌਗਿਕ ਸਥਾਈ ਹੁੰਦੇ ਹਨ, ਕਾਰਬਨ ਦਾ ਛੋਟਾ ਆਕਾਰ ਹੈ। ਨੈਕਸਟ ਹੈ ਉਕਤ ਰਚਨਾ ਕਿਸ ਯੌਗਿਕ ਦੀ ਹੈ, ਇਸ ਦੇ ਵਿੱਚ ਹੈ ਕਿ ਇਥੇਨ, ਇਥਾਈਨ, ਇਥੇਨ, ਆਕਸੀਜਨ, ਇਹ ਆ ਗਿਆ ਜੀ ਆਕਸੀਜਨ। ਨੈਕਸਟ ਹੈ ਕਾਰਬਨ ਅਤੇ ਹਾਈਡਰੋਜਨ ਦੁਆਰਾ ਬਣਾਏ ਜਾਣ ਵਾਲੇ ਐਲਕੇਨ ਸੰਤ੍ਰਿਪਤ ਯੌਗਿਕਾਂ ਦਾ ਸਧਾਰਨ ਸੂਤਰ ਹੈ, ਉਸਦਾ ਸੂਤਰ ਹੈਗਾ ਜੀ CnH2n+2। ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜਾ ਹਾਈਡਰੋਕਾਰਬਨ ਨਹੀਂ ਹੈ, ਇਹ ਹੈ ਜੀ ਸਧਾਰਨ ਨਮਕ। ਨੈਕਸਟ ਕੁਐਸਚਨ ਹੈ ਪੈਂਟੇਨ ਤੋਂ ਤੁਸੀਂ ਕਿੰਨੇ ਬਣਤਰੀ ਸਮ ਅੰਗ ਬਣਾ ਸਕਦੇ ਹੋ, ਇਸਦਾ ਆਂਸਰ ਹੈ ਜੀ 3 ਹੈ। ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਣਾਏ ਦੇ ਹੈ। ਨੈਕਸਟ ਕੁਐਸਚਨ ਹੈ ਜੀ ਜੋੜਾਤਮਕ ਕਿਰਿਆ, ਇਸਦਾ ਆਂਸਰ। ਨੈਕਸਟ ਕੁਐਸਚਨ ਹੈ ਇਥਨੋਲ ਅਤੇ ਇਥਨੋਇਕ ਤੇਜ਼ਾਬ ਵਿੱਚ ਪਰਿਵਰਤਨ ਨੂੰ ਕੀ ਕਹਿੰਦੇ ਹਨ, ਇਹਨੂੰ ਅਸੀਂ ਕਹਿੰਦੇ ਹਾਂ ਜੀ ਆਕਸੀਕਰਨ। ਨੈਕਸਟ ਹੈ ਲੰਬੀਆਂ ਲੜੀਆਂ ਵਾਲੇ ਕਾਰਬੋਕਸਿਲਿਕ ਤੇਜ਼ਾਬ ਦੇ ਸੋਡੀਅਮ ਜਾਂ ਪੋਟੈਸ਼ੀਅਮ ਲੂਣਾਂ ਨੂੰ ਡੈਸ਼ ਕਹਿੰਦੇ ਹਨ, ਇਸ ਦਾ ਜੀ ਕਹਿੰਦੇ ਆ ਜੀ ਸਾਬੁਨ। ਨੈਕਸਟ ਲੈਸਨ ਨੰਬਰ 5 ਹੈ ਜੀ ਤੱਤਾਂ ਦਾ ਆਵਰਤੀ ਵਰਗੀਕਰਨ। ਇਸ ਦੇ ਵਿੱਚ ਆ ਗਿਆ ਕਾਲਮ 1 ਅਤੇ ਕਾਲਮ 2 ਮਿਲਾਨ ਕਰੋ। ਕਾਰਬਨ ਦੀ ਪਰਮਾਣੂ ਸੰਖਿਆ 6 ਹੁੰਦੀ ਹੈ, ਉਸਦੀ ਤਰਤੀਬ ਆ ਜਾਏਗੀ 2 ਅਤੇ 4। ਉਸ ਤੋਂ ਬਾਅਦ ਹੈ ਡਾਬਰੀਨਰ ਕੀ ਸੀ, ਤਿਕੜੀ।
परमाणु संख्या ਨੂੰ ਅਸੀਂ ਕਹਿੰਦੇ ਹਾਂ ਇਲੈਕਟ੍ਰੋਨਾਂ ਦੀ ਸੰਖਿਆ। ਗਰੁੱਪਾਂ ਦੀ ਕੁੱਲ ਸੰਖਿਆ ਜਿਹੜਾ ਟੇਬਲ ਹੈ ਸਾਡੇ ਕੋਲ ਪੀਰੀਓਡਿਕ ਟੇਬਲ 18 ਔਰ ਪੀਰੀਅਡਾਂ ਦੀ ਜਿਹੜੀ ਕੁੱਲ ਸੰਖਿਆ ਉਹ ਹੈਗੀ ਹੈ ਜੀ 7। ਨੈਕਸਟ ਕੁਐਸਚਨ ਹੈ ਤੱਤਾਂ ਦਾ ਨਾਮ ਤੇ ਉਹਨਾਂ ਦੀ ਪਰਮਾਣੂ ਸੰਖਿਆ। ਨਾਈਟ੍ਰੋਜਨ ਹੈ, ਇਹਦੀ ਪਰਮਾਣੂ ਸੰਖਿਆ 6 ਹੈ। ਨਾਈਟ੍ਰੋਜਨ ਦੀ परमाणु संख्या 7 है। कार्बन की 6 होगी, नाइट्रोजन की 7 होगी, नियॉन की 10 है और सोडियम की 11 है और एलुमीनीयम की कितनी है जी 13। नैक्सट है इलैक्ट्रॉनिक तरतीब। मैगनीशियम की परमाणु संख्या 12 है, उसकी तरतीब आ जाएगी पहले शैल में 2, दूसरे 8, तीसरे 2। सिमिलरली अगर सिलिकॉन है, सिलिकॉन की परमाणु संख्या 14, पहले में 2 फिर 8 तो फिर 4। बोरॉन की परमाणु संख्या 5 हैगी है, पहले शैल 2 और दूसरे 5 आ जाएंगे। कार्बन की परमाणु संख्या 6 है, जिमें ही नियॉन की परमाणु संख्या 10 है। उस तो बाद है हैलोजन परिवार दे विच किहड़े-किहड़े एलीमेंट जिहड़े आंदे है हैलोजन परिवार दे विच, जिमें कि आयरन, क्लोरीन, ब्रोमीन, आयोडीन। एल्कली धातां विच आ जांदा लीथियम, सोडियम, पोटैशियम, रेबियम। अकिरियाशील गैसां विच आ जांदा हीलियम, नियॉन, आर्गन। उपधातां विच आ जांदा सिलिकॉन, जर्मेनियम, एर्सनिक। उस तो बाद है धातां दे ऑक्साइड जिहड़े है वो खारी हुंदे है। उपधातां जिहड़ियां जिवें कि सिलिकॉन, जर्मेनियम। मोजले की है आधुनिक आवर्ती सारणी उन्होंने मोजले ने दिती गई। मोजले साइंटिस्ट है, ठीक है जी, जिन्हें सानू आधुनिक आवर्ती सारणी जिहड़ी है दिती सी। तत्तां दा अर्ध व्यास जिहड़ा वो पीरीयड विच घटदा है और परमाणुओं का आकार जिहड़ा ग्रुप दे विच वधदा है। उस तो बाद इसदे फिलअप है जिसका पहला प्रश्न है अधातां दे ऑक्साइड डैश हुंदे हन। धातां दे ऑक्साइड तेजाबी हुंदे हन। नेक्स्ट क्वेश्चन है डैश उपधात है सिलिकॉन या कार्बन। ये आ जाएगी सिलिकॉन जिहड़ी है उपधात है जिन्हों असी सैमी कंडक्टर कहते हैं। ਉਹ ਤੱਤ ਜੋ ਧਾਤਾਂ ਅਤੇ ਧਾਤਾਂ ਦੋਵਾਂ ਦੇ ਗੁਣਾਂ ਨੂੰ ਪ੍ਰਦਰਸ਼ਿਤ ਕਰਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਜੀ ਉਪਧਾਤਾਂ। ਠੀਕ ਹੈ ਜੀ। ਨੈਕਸਟ ਪ੍ਰਸ਼ਨ ਹੈ ਪਹਿਲੇ ਪੀਰੀਅਡ ਵਿੱਚ ਕੁੱਲ ਡੈਸ਼ ਤੱਤ ਹਨ 2। ਆਧੁਨਿਕ ਆਵਰਤੀ ਸਾਰਣੀ ਜੋ ਪਰਮਾਣੂ ਸੰਖਿਆ ਦੇ ਆਧਾਰਿਤ ਹੈ डैश द्वारा साझी की गई मोजले द्वारा। क्वेश्चन नंबर 6 है क्लोरीन 35 37 दोनों क्लोरीन के डैश हैं समस्थानक है या संयोजकता इनू कहना जी समस्थानक। वह तत्त जिसकी इलैक्ट्रॉनिक तरतीब 2 ते 4 है उसनू की कहने जी उसनू असीं कहने जी कार्बन। उस तो बाद आ गया साडे कोल जी नंबर 8 ਤੇ धातां डैश ਹੁੰਦੀਆਂ ਹਨ। धातां ਜਿਹੜੀਆਂ ਹੁੰਦੀਆਂ ਧਨ ਵਿਚਲਈ ਹੁੰਦੀਆਂ ਹਨ। ਕਿਸੇ ਉਦਾਸੀਨ ਪਰਮਾਣੂ ਵਿੱਚ ਮੌਜੂਦ ਇਲੈਕਟ੍ਰੋਨਾਂ ਦੀ ਕੁੱਲ ਗਿਣਤੀ ਨੂੰ ਡੈਸ਼ ਕਿਹਾ ਜਾਂਦਾ ਹੈ, ਉਹਨੂੰ ਕਿਹਾ ਜਾਂਦਾ ਜੀ ਪਰਮਾਣੂ ਸੰਖਿਆ। ਨੈਕਸਟ ਕੁਐਸਚਨ ਹੈ ਮੈਂਡਲੀਵ ਨੇ ਆਪਣੇ ਆਵਰਤੀ ਸਾਰਣੀ ਤਿਆਰ ਕਰਨ ਲਈ ਕਿਹੜਾ ਮਾਪਦੰਡ अपनाया सी और इसका राइट आंसर है जी पुंज संख्या। की बनाया सी पुंज संख्या। नैक्सट क्वेश्चन है आवर्ती सारणी में तत्तां नूं उन्हां दे गुणां दी डैश के आधार पर वर्गीकृत किया गया है उन्हां दी समानता के आधार पर। नैक्सट है परमाणु संख्या किस नाल संबंध रखती है प्रोटोनां की संख्या ते इलैक्ट्रॉनां की संख्या दोनों ते। डाबरीनर दियां तिकड़ियां विच डैश तत्तां दे समूह हैं। इसका राइट ऑप्शन आ जाएगी तीन तत्तां दे समूह हैं। आधुनिक आवर्ती सारणी विच 18 लंबात्मक कॉलमां नूं अते उसनूं डैश आखदे हैं उसनूं असी कहते हैं जी पीरीयड। की कहते हैं पीरीयड। ऑप्शन सेकंड है जी पीरीयड।
क्वेश्चन है आधुनिक आवर्ती सारणी का सिरजनहार कौन है? इसका नाम जी हैनरी मौजले। हैनरी मौजले, वेरी वेरी इंपॉर्टेंट क्वेश्चन है। उस तो बाद आ गया साढ़े को जी नाइट्रोजन की इलैक्ट्रॉनिक तरतीब लिखो, ये आ जाएगी 2 ते 5। उस तो बाद आ गई साढ़े को जी फास्फोरस की इलैक्ट्रॉनिक तरतीब 2, 8 ते 5। नोबल अक्रियाशील गैसां नूं किस ग्रुप विच रखा गया है? 0 ग्रुप, और ग्रुप नंबर 18 है। नैक्सट क्वेश्चन है मैग्नीशियम की संयोजकता लिखो। मैग्नीशियम की परमाणु संख्या 12, पहले शैल च 2 आ जाएंगे, दूसरे में 8 और लास्ट वाले शैल च आ जाएंगे 2, और इसकी आ जाएगी संयोजकता 2। नैक्सट क्वेश्चन है किसी ग्रुप विच उपर तो हेठां वल जाण नाल परमाणुओं के आकार ते की प्रभाव पैंदा है? परमाणुओं का आकार वध जाता है, और पीरियड विच खब्बे तो सज्जे पासे वल आउण नाल परमाणुओं के अर्ध व्यास से की प्रभाव पैंदा है? घट जाता है जां घटदा है। ग्रुप विच उपर तो हेठा जाण ते संयोजकता किस प्रकार बदलती है? संयोजकता नहीं बदलती, भाव इक्को जी रहिंदी है। मैंडलीव ने अपने आवर्ती सारणी तैयार करने लई किहड़ा मापदंड अपनाया सी? परमाणु पुंज के आधार पर आवर्ती सारणी जिहड़ी है तैयार की सी। ग्रुप 1 के तत्त विच किन्ने संयोजक इलैक्ट्रॉन हैं? केवल एक संयोजक इलैक्ट्रॉन है। पीरीयड विच अते ग्रुपां विच तत्तां दा धातवी सुभाਅ किवें घटदा वधदा है? पीरीयड विच घटदा है, जबकि ग्रुप विच धातवी सुभाअ वधदा है। नैक्सट क्वेश्चन है मैंडलीव द्वारा सुझाई आवर्ती सारणी का सिद्धांत लिखो। मैंडलीव ने आवर्ती सारणी बनाई जिसका सिद्धांत है कि तत्तां दे गुण उन्हां दे परमाणु पुंज के आवर्ती फंक्शन हुंदे हन। इस सारणी विच लंबात्मक कॉलम नूं ग्रुप अते खितिज कतारां नूं पीरियड आखदे हन। आधुनिक आवर्ती सारणी का नियम की है? आधुनिक आवर्ती सारणी अनुसार तत्तां दे गुण उन्हां दे परमाणु अंकां दे आवर्ती फंक्शन ਜਾਂ फलन ਹੁੰਦੇ ਹਨ। मैंडलीव की आवर्ती सारणी दीयां कमियां लिखो। मैंडलीव की आवर्ती सारणी दीयां कमियां हाइड्रोजन नूं आवर्ती सारणी विच निश्चित थां नहीं दित्ती, तत्तां दे समस्थानकां नूं जगह नहीं मिली, और एक तत्त जो दूजे तत्त वल अगे वधन नाल परमाणु पुंज नियमित रूप विच नहीं वधदे। नैक्सट क्वेश्चन है तत्तां की संयोजकता किस ते निर्भर करती है? किसी तत्त की संयोजकता उसके परमाणु के सब तो बाहरले शैल विच मौजूद इलैक्ट्रॉनां की संख्या ते निर्भर करती है। जिवें कि असीं कहते हैं कि कार्बन के जिहड़े परमाणु 6 है, पहले इलैक्ट्रॉन विच आ जाते हैं, सॉरी पहले शैल विच आ जाणगे 2, पहले शैल विच 2 इलैक्ट्रॉन आ जाएंगे, तो दूसरे शैल दे विच आ जाएंगे साडे कोल 4। ये जिहड़े 4 है ये कार्बन की आ जाएगी संयोजकता। उस तो बाद है किसी शैल विच इलैक्ट्रॉनां की वध तो वध संख्या किस सूत्र ते निर्भर करती है? ये फार्मूला आंदा जी साडे कोल 2n², जिहदे विच n की है नंबर ऑफ शैल। अगर असीं पहले शैल की गल करते हैं तो n की वैल्यू आ जाएगी 1, और पहले शैल विच किन्ने आ जाएंगे जी 2। अगर असीं दूसरे शैल की गल करिए तो दूसरे n की वैल्यू 2 आ जाएगी, इसकी वैल्यू कितनी आ जाएगी जी 8। उस तो बाद है m शैल विच इलैक्ट्रॉनां की वध तो वध संख्या पता करो। इसका राइट आंसर है जी 3। अगर तुसीं इसकी कैलकुलेशन करिए तो कैलकुलेशन असीं कर सकते हैं। इसका फार्मूला है 2n², और शैल साडे कोल 3 है, तो यदि जो असी वैल्यू पुट करांगे ये साडे कोल आ जाएगा जी इसकी कैलकुलेशन करके। नैक्सट क्वेश्चन है न्यूलैंड के अष्टक सिद्धांत दीयां कमियां लिखो। न्यूलैंड के अष्टक सिद्धांत दीयां कमियां। ये सिद्धांत केवल हल्के तत्तां लई ही ठीक सी। यह केवल कैल्शियम तत्त ही लागू हुंदा सी। न्यूलैंड केवल 56 तत्तां नूं ही सारणी विच रखिया है। उसने असमान गुणां वाले तत्तां नूं एक स्थान दे दिता, जबकि
ਸਮਾਨ ਗੁਣਾਂ ਵਾਲੇ ਤੱਤਾਂ ਨੂੰ ਭਿੰਨ-ਭਿੰਨ ਥਾਂ 'ਤੇ ਰੱਖਿਆ। ਉਸ ਤੋਂ ਬਾਅਦ ਹੈ ਜੀ ਡਾਪਰੀਨਰ ਦੀ ਤਿੱਕੜੀ ਦੀ ਇੱਕ ਉਦਾਹਰਨ ਦਿਓ। ਇਸ ਦੇ ਵਿੱਚ ਹੈ ਜੀ ਲੀਥੀਅਮ ਹੈ, ਸੋਡੀਅਮ ਹੈ ਅਤੇ ਪੋਟੈਸ਼ੀਅਮ ਹੈ। ਲੀਥੀਅਮ ਦਾ ਪੁੰਜ ਹੈਗਾ ਜੀ 7 ਹੈ ਔਰ ਇਹਦਾ ਪੋਟੈਸ਼ੀਅਮ ਦਾ ਪੁੰਜ ਹੈਗਾ ਜੀ 39 ਹੈ ਔਰ ਇਹਨਾਂ ਦਾ ਜੋੜ ਕਿੰਨਾ ਬਣ ਗਿਆ ਜੀ 46। ਤੋ ਇਸ ਦਾ ਪੁੰਜ ਦਾ ਮੱਧਮਾਨ ਅਗਰ ਕੱਢਾਂਗੇ ਤਾਂ ਇਹ ਸਾਡੇ ਕੋਲ ਆ ਜਾਏਗਾ ਜੀ 23। ਮੱਧਮਾਨ 23 ਹੈ ਜੋ ਕਿ ਸੋਡੀਅਮ ਦਾ ਪਰਮਾਣੂ ਪੁੰਜ ਹੈ। ਨੈਕਸਟ ਕੁਐਸਚਨ ਹੈ ਉਪਧਾਤਾਂ ਦੀ ਪਰਿਭਾਸ਼ਾ। ਉਪਧਾਤਾਂ ਦੀ ਪਰਿਭਾਸ਼ਾ ਅਤੇ ਕੋਈ 2 ਉਦਾਹਰਨ ਲਿਖੋ ਜਿਨ੍ਹਾਂ ਦੇ ਗੁਣ ਧਾਤਾਂ ਅਤੇ ਅਧਾਤਾਂ ਨਾਲ ਮੇਲ ਖਾਂਦੇ ਹਨ। ਉਪਧਾਤ ਕਹਿੰਦੇ ਹਨ ਜਿਵੇਂ ਬਰੌਂਜ਼, ਸਿਲੀਕॉन, ਜਰਮੇਨੀਅਮ ਆਦਿ। तो फ्रेंड्स अगर ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ। ਜੈ ਹਿੰਦ। ਨੈਕਸਟ ਪਾਰਟ ਅਸੀਂ ਬਾਇਓਲੋਜੀ ਦਾ ਕਰਾਂਗੇ, ਜੀਵ ਵਿਗਿਆਨ। ਜੈ ਹਿੰਦ।